ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਆਪਾਂ ਇੱਕ ਹੋਰ ਅਹਿਮ ਮਸਲੇ ਦੀ ਐਸਜੀਪੀਸੀ ਦੀਆਂ ਚੋਣਾਂ ਦੀ। ਮਾਨ ਸਾਹਿਬ ਤੇ ਧਾਮੀ ਸਾਹਿਬ ਇੱਕ ਵਾਰ ਫਿਰ ਤੋਂ ਆਮੋ-ਸਾਹਮਣੇ ਹੋ ਗਏ ਨੇ। ਪਹਿਲਾਂ ਵੀ ਗੁਰਦੁਆਰਾ ਐਕਟ ਦੇ ਵਿੱਚ ਸੋਧ ਨੂੰ ਲੈ ਕੇ ਦੋਨੇ ਆਗੂ ਆਮੋ-ਸਾਹਮਣੇ ਹੋ ਚੁੱਕੇ ਹੈ ਸ਼ਰਮਾ ਜੀ। ਪ੍ਰਵੀਨ ਜੀ, ਐਸਜੀਪੀਸੀ ਦੀਆਂ ਚੋਣਾਂ ਦੀ ਮੰਗ ਲੰਮੇ ਸਮੇਂ ਤੋਂ ਲਟਕੀ ਹੋਈ ਹੈ, ਜਦੋਂ ਕਿ ਸੰਵਿਧਾਨ ਅਨੁਸਾਰ ਹਰ 5 ਸਾਲ ਬਾਅਦ ਇਹਦੀ ਵੀ ਚੋਣ ਹੋਣੀ ਜ਼ਰੂਰੀ ਹੈ। ਤੇ ਫਿਰ ਉਸ ਤੋਂ ਬਾਅਦ ਅਦਾਲਤੀ ਹੁਕਮਾਂ ਦੇ ਹਿਸਾਬ ਨਾਲ ਸਾਲਾਨਾ ਇਜਲਾਸ ਦੀ ਮਨਜ਼ੂਰੀ ਮਿਲ ਜਾਂਦੀ ਆ ਤੇ ਪੁਰਾਣੇ ਮੈਂਬਰਾਂ ਦੇ ਹਵਾਲੇ ਨਾਲ ਉਹ ਇਜਲਾਸ ਹੁੰਦਾ ਰਹਿੰਦਾ। ਹਰ ਵਾਰ ਪ੍ਰਧਾਨ, ਜਨਰਲ ਸਕੱਤਰ ਤੇ ਬਾਕੀ ਟੀਮ ਅਹੁਦੇਦਾਰ ਚੁਣ ਲਏ ਜਾਂਦੇ ਨੇ, ਪਰ ਮੈਂਬਰ ਨਵੇਂ ਚੁਣਨ ਦੀ ਪ੍ਰਕਿਰਿਆ ਦੇ ਲਈ ਚੋਣ ਪ੍ਰਕਿਰਿਆ ਹੋਣਾ ਜ਼ਰੂਰੀ ਸੀ। ਉਹਦੇ ਲਈ ਵੋਟਰ ਸੂਚੀ ਬਣਨੀ ਸੀ। ਸੋ ਪਹਿਲਾਂ ਤਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਆਮੋ ਸਾਹਮਣੇ ਆ ਚੁੱਕੇ ਨੇ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ, ਚੈਨਲ ਨੂੰ ਲੈ ਕੇ, ਹੈਨਾ, ਗੁਰਦੁਆਰਾ ਐਕਟ ਨੂੰ ਲੈ ਕੇ। ਉਸ ਮਾਮਲੇ 'ਚ ਆਮੋ ਸਾਹਮਣੇ ਕਾਫੀ ਟਕਰਾਵ ਰਿਹਾ। ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਟਵੀਟ ਕਰਕੇ ਕਹਿੰਦੇ ਕਿ 21 ਤਰੀਕ ਤੋਂ ਨਵੀਆਂ ਵੋਟਰ ਸੂਚੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਜੂਗੀ, ਛੇਤੀ ਉਹ ਸੂਚੀਆਂ ਤਿਆਰ ਹੋ ਜਾਣਗੀਆਂ, ਅਸੀਂ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕਰਵਾਵਾਂਗੇ। ਸੋ ਇਸ ਗੱਲ ਤੇ ਐਡਵੋਕੇਟ ਧਾਮੀ ਨੇ ਕਿਹਾ ਕਿ ਜਨਾਬ ਪ੍ਰਸ਼ਾਸਨਿਕ ਕੰਮਾਂ ਦਾ ਨਾ ਆਪਣੇ ਚ ਲਈ ਜਾਓ, ਪ੍ਰਸ਼ਾਸਨ ਦਾ ਕੰਮ ਤਾਂ ਪ੍ਰਸ਼ਾਸਨ ਨੂੰ ਕਰਨ ਦਿਓ। ਤੁਸੀਂ ਕਦ ਤੋਂ ਵੋਟਰ ਸੂਚੀਆਂ ਬਣਾਉਣ ਲੱਗੇ? ਸੋ ਇਸ ਲਈ ਇਹ ਵੱਖਰੀ ਗੱਲ ਆ ਕਿ ਅਕਾਲੀਆਂ ਦੀ ਸਰਕਾਰ ਹੁੰਦਿਆਂ ਸਰਕਾਰ ਜੋ ਮਰਜ਼ੀ ਦਖਲ ਕਰੇ, ਜੀ ਉਹ ਮਨਜ਼ੂਰ ਸੀ। ਮਾਨ ਸਰਕਾਰ ਦਖਲ ਕਰੇ ਤਾਂ ਬਿਲਕੁਲ ਫਿਰ ਇਹ, ਕਿਉਂਕਿ ਪਿੱਛੋਂ ਫਿਰ ਅਕਾਲੀ ਵੀ ਤਾਂ ਕਹਿੰਦੇ ਆ ਕਿ ਧਾਮੀ ਜੀ ਬੋਲੋ ਕਾਹਦੇ ਲਈ ਬਣਾਇਆ ਪ੍ਰਧਾਨ ਤੁਹਾਨੂੰ। ਸੋ ਇਸ ਲਈ ਇੱਧਰ ਭਗਵੰਤ ਮਾਨ ਆਪਣੇ ਆਪ ਨੂੰ ਹੁਣ ਸੱਚੀ ਦੇ ਠੇਕੇਦਾਰ ਦੱਸਣਾ ਚਾਹੁੰਦੇ ਨੇ। ਹੁਣ ਲੱਗਦਾ ਕਿ ਗੁਰਦੁਆਰਿਆਂ ਦਾ ਠੇਕਾ ਵੀ ਮੈਨੂੰ ਮਿਲ ਜਾਵੇ। ਸੋ ਉਹ ਵੀ ਇੱਕ ਧਾਰਮਿਕ ਸੰਸਥਾ ਤੋਂ ਉੱਪਰ ਦੀ ਹੱਥ ਪਾਉਣਾ ਚਾਹੁੰਦੇ ਨੇ। ਹਾਂ, ਸ਼੍ਰੋਮਣੀ ਕਮੇਟੀ ਦੇ ਵਿੱਚ ਸੁਧਾਰ ਦੀ ਲੋੜ ਹੈ। ਤੈਅ ਵੋਟਰ ਜਿਹੜੇ ਸਿੱਖ ਨੁਮਾਇੰਦੇ ਨੇ, ਜਿਨ੍ਹਾਂ ਕੋਲੋਂ ਪੈਮਾਨਾ ਪੂਰਾ ਵੋਟਰ ਬਣਦਾ, ਉਹ ਫੈਸਲਾ ਕਰ ਲੈਣਗੇ ਕਿਹਨੂੰ ਚੁਣਨਾ। ਪਰ ਉਸ ਪ੍ਰਕਿਰਿਆ ਨੂੰ ਸਿਰੇ ਚੜਾਉਣ ਚ ਕੇਂਦਰ ਵੀ ਤਾੜੇ ਆ ਰਿਹਾ ਨਾ। ਕੇਂਦਰ ਚੋਣਾਂ ਕਿਉਂ ਨਹੀਂ ਕਰਵਾ ਪਾ ਰਿਹਾ? ਜੀ ਹੁਣ ਪੰਜਾਬ ਦੇ ਅੰਦਰ ਇਹੋ ਜਿਹਾ ਕਿਹੜੀ ਸਥਿਤੀ ਫਸੀ ਹੈ ਜੀ ਕਿ ਤੁਹਾਨੂੰ ਸ਼੍ਰੋਮਣੀ ਕਮੇਟੀ ਚੋਣਾਂ ਕਰਾਉਣ ਚ ਕੋਈ ਦਿੱਕਤ ਆ? ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਵਿਦਿਆਰਥੀ ਚੋਣਾਂ ਰੋਕੀਆਂ ਸੀਗੀਆਂ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਦੀਆਂ ਕਿ ਮਾਹੌਲ ਠੀਕ ਨਹੀਂ ਗਾ ਜੀ, ਤੇ ਉਸ ਤੋਂ ਬਾਅਦ ਕੀ ਐਮਐਲਏ ਦੀਆਂ ਚੋਣਾਂ ਨਹੀਂ ਹੁੰਦੀਆਂ, ਕੀ ਐਮਪੀ ਦੀਆਂ ਚੋਣਾਂ ਨਹੀਂ ਹੁੰਦੀਆਂ, ਕੀ ਪੰਚਾਇਤੀ ਚੋਣਾਂ ਨਹੀਂ ਹੁੰਦੀਆਂ, ਕੀ ਬਲਾਕ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਹੀਂ ਹੁੰਦੀਆਂ, ਕੀ ਸਰਕਾਰੀ ਫੰਕਸ਼ਨ ਨਹੀਂ ਹੁੰਦੇ, ਕੀ ਗਿੱਧੇ ਭੰਗੜੇ ਯੂਥ ਫੈਸਟੀਵਲ ਨਹੀਂ ਹੁੰਦੇ? ਵਿਦਿਆਰਥੀ ਚੋਣਾਂ ਹੀ ਕਿਉਂ ਰੋਕੀਆਂ? ਤਾਂ ਕਿ ਨਵੀਂ ਪਨੀਰੀ ਨਾ ਜੰਮੇ, ਸਾਡੇ ਲੀਡਰਾਂ ਦੇ ਨਿਆਣੇ ਲੀਡਰ ਬਣਨ। ਆ ਹੁਣ ਜਿਹੜੇ ਨਵੇਂ ਆ ਗਏ 92 ਨਾ ਸਰਕਲ ਚ, ਇਹਨਾਂ ਚੋਂ ਪਾਰਟੀ ਜਿਹਨਾਂ ਨੂੰ ਛਾਂਗੂਗੀ ਉਹ ਦੂਜੀਆਂ ਪਾਰਟੀਆਂ ਜਦੇ ਇਸੇ ਝਾਕ ਨਾ ਜਾਣਗੇ ਕਿ ਟਿਕਟ ਤਾਂ ਲੈਣੀ ਹੋਰ ਨਾ ਕੋਈ ਆ ਜਾਵੇ। ਸੋ ਉਹ ਪ੍ਰਕਿਰਿਆ ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਰੋਕ ਕੇ ਤੁਸੀਂ ਨਵੀਂ ਪੀੜ੍ਹੀ ਨੂੰ ਗੁਰਦੁਆਰਿਆਂ ਦੇ ਸੁਧਾਰ ਲਈ, ਪ੍ਰਬੰਧਾਂ ਲਈ, ਕੰਮ ਕਰਨ ਲਈ ਅੱਗੇ ਆਉਣ ਤੋਂ ਕਿਉਂ ਰੋਕ ਰਹੇ ਹੋ? ਤੁਸੀਂ ਕਿਉਂ ਨਹੀਂ ਚਾਹੁੰਦੇ ਸਮੇਂ ਦੇ ਹਾਣ ਦੇ ਸਿੱਖ ਬੱਚੇ ਅੱਗੇ ਆਉਣ? ਇਸ ਪ੍ਰਕਿਰਿਆ ਚ ਰੋੜਾ ਕਿਉਂ ਬਣੇ ਹੋ? ਸੋ ਜਦੋਂ ਜਿਹੜਾ ਪਹਿਲੂ ਉੱਭਰਦਾ, ਉਸ ਪਹਿਲੂ ਦੇ ਆਧਾਰ ਦੇ ਉੱਤੇ ਅਸਰ ਪੈਣਾ ਹੁੰਦਾ ਹੈ ਨੁਮਾਇੰਦੇ ਚੁਣਨ ਲੱਗੇ, ਤੁਸੀਂ ਉਹ ਸਾਰਿਆਂ ਨੂੰ ਕਿਉਂ ਲੀਰੋ ਲੀਰ ਕਰਦੇ ਹੋ? ਇਹਦੇ ਪਿੱਛੇ ਕੇਂਦਰ ਦੀ ਮਨਸ਼ਾ ਖੜੀ ਆ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਹੁਣ ਇਹ ਜਚਾਉਣਾ ਚਾਹੁੰਦੀ ਆ ਕਿ ਚੋਣਾਂ ਵੀ ਅਸੀਂ ਕਰਵਾਵਾਂਗੇ, ਵੋਟਾਂ ਵੀ ਅਸੀਂ ਬਣਵਾਵਾਂਗੇ, ਇਸ ਲਈ ਸਾਡੇ ਕੰਨੀ ਧਿਆਨ ਰੱਖਿਓ। ਹੋ ਸਕਦਾ ਇਹ ਵੀ ਸੋਚਦੇ ਹੋਣ ਕਿ ਜਿਵੇਂ ਕੈਪਟਨ ਨੇ ਇੱਕ ਵਾਰ ਕੋਸ਼ਿਸ਼ ਕੀਤੀ ਸੀ, ਅਸੀਂ ਵੀ ਇੱਕ ਕੋਸ਼ਿਸ਼ ਕਰ ਲਈ, ਕਿਸੇ ਨੂੰ ਸਮਰਥਨ ਦੇ ਕੇ ਆਪਣੀ ਧਿਰ ਖੜੀ ਕਰ ਲਈਏ। ਸੋ ਇਹ ਸਾਰਾ ਰਾਜਨੀਤਿਕ ਵਰਤਾਰਾ, ਇਸ ਮਸਲੇ ਤੇ ਧਾਮੀ ਔਰ ਮਾਨ ਇੱਕ ਵਾਰ ਫਿਰ ਆਮੋ ਸਾਹਮਣੇ ਨੇ। ਪਰ ਪਤਾ ਲੱਗ ਰਿਹਾ ਕਿ ਵੋਟਰ ਸੂਚੀਆਂ ਦਾ ਕੰਮ ਪ੍ਰਸ਼ਾਸਨ ਨੇ ਤੋਰ ਲਿਆ। ਛੇਤੀ ਵੋਟਰ ਸੂਚੀਆਂ ਜੇ ਤਿਆਰ ਹੋਈਆਂ ਤੋਂ ਬਾਅਦ ਸ਼ਾਇਦ ਅਧਿਕਾਰੀਆਂ ਦੀ ਨਿਯੁਕਤੀਆਂ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਪੂਰੀ ਟੀਮ ਤਿਆਰ ਹੋ ਕੇ ਚੋਣ ਪ੍ਰਕਿਰਿਆ ਵੱਲ ਵੀ ਸ਼੍ਰੋਮਣੀ ਕਮੇਟੀ ਵਧਿਆ ਜਾਵੇ। ਜੀ ਸ਼ਰਮਾ ਜੀ, ਇੱਕ ਗੱਲ ਮੈਨੂੰ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਇਹਨਾਂ ਸਿੱਖ ਸੰਸਥਾਵਾਂ ਦੇ ਬਾਰੇ, ਮੈਨੂੰ ਚੰਗੀ ਤਰ੍ਹਾਂ ਯਾਦ ਆ। ਆਫ ਦੀ ਏਅਰ ਆਪਾਂ ਗੱਲ ਕਰ ਰਹੇ ਸੀ, ਤੁਸੀਂ ਇੱਕ ਬੜੀ ਸੋਹਣੀ ਗੱਲ ਕਹੀ ਸੀ ਔਰ ਉਹ ਹਾਲਾਤਾਂ ਤੇ ਢੁੱਕਦੀ ਵੀ ਹੈ। ਤੁਸੀਂ ਕਿਹਾ ਸੀਗਾ ਕਿ ਪ੍ਰਬੰਧਨ ਦੇ ਵਿੱਚ ਖਾਮੀਆਂ ਹੋ ਸਕਦੀਆਂ, ਜਿਹੜੇ ਚਲਾਉਣ ਵਾਲੇ ਬੰਦੇ ਆ ਉਹਨਾਂ ਦੇ ਵਿੱਚ ਖਾਮੀਆਂ ਹੋ ਸਕਦੀਆਂ, ਪਰ ਐਸਜੀਪੀਸੀ ਨਹੀਂ ਮਾੜੀ। ਐਸਜੀਪੀਸੀ ਕਈ ਵਾਰੀ ਅਸੀਂ ਜਿਹੜੇ ਪ੍ਰਬੰਧਨ ਦੀ ਆੜ ਦੇ ਵਿੱਚ ਸੰਸਥਾਵਾਂ ਨੂੰ ਨਿੰਦਣ ਲੱਗ ਪੈਂਦੇ ਹਾਂ ਕਿ ਸੰਸਥਾਵਾਂ ਇਹ ਹੋਣੀਆਂ ਚਾਹੀਦੀਆਂ, ਉਹ ਹੋਣੀਆਂ ਚਾਹੀਦੀਆਂ। ਸੰਸਥਾਵਾਂ ਆਪਣੀ ਥਾਂ ਨੇ, ਪ੍ਰਬੰਧਨ ਦੇ ਵਿੱਚ ਉਹਨਾਂ ਦੇ ਖਾਮੀਆਂ ਹੋ ਸਕਦੀਆਂ ਜਿਹੜੀਆਂ ਦੂਰ ਕਰਨੀਆਂ ਚਾਹੀਦੀਆਂ ਨੇ। ਪ੍ਰਵੀਨ ਜੀ, ਸਿੱਖ ਭਾਈਚਾਰੇ ਕੋਲ, ਸਿੱਖ ਕੌਮ ਕੋਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਐਸਜੀਪੀਸੀ ਤੋਂ ਵੱਡੀ ਸੰਸਥਾ ਤਾਂ ਨਹੀਂ ਹੈ ਨਾ। ਨਹੀਂ, ਬਿਲਕੁਲ ਸਹੀ। ਔਰ ਐਸਜੀਪੀਸੀ ਕਿਸੇ ਪਾਸੋਂ ਛੋਟੀ ਸੰਸਥਾ ਵੀ ਨਹੀਂ ਹੈ। ਉਹ ਇੱਕ ਸਰਕਾਰ ਹੈ ਪੰਥ ਦੀ ਚੱਲਦੀ।
ਪੂਰੀ ਹਾਂਜੀ ਹੈ ਨਾ। ਪਰ ਜਦੋਂ ਸਾਡੇ ਹੀ ਲੋਕ ਸਵਾਲ ਖੜੇ ਕਰਦੇ ਆ, ਵਿਅਕਤੀ ਵਿਸ਼ੇਸ਼ ਤੇ ਕੰਮ ਤੇ ਸਵਾਲ ਚਰਚਾ ਕਰਨ ਦਾ ਅਧਿਕਾਰ ਹੈਗਾ, ਖਾਸ ਕਰ ਸਿੱਖ ਭਾਈਚਾਰੇ ਨੂੰ, ਉਹਨਾਂ ਦੇ ਨੁਮਾਇੰਦਿਆਂ ਨੂੰ, ਉਹਨਾਂ ਸੰਸਥਾਵਾਂ ਨੂੰ, ਬਾਕੀਆਂ ਹੈਗਾ ਬਿਲਕੁਲ। ਪਰ ਜਦੋਂ ਅਸੀਂ ਸੰਸਥਾ ਨੂੰ ਆਪਣੀ ਕਟਹਿਰੇ 'ਚ ਖੜਾ ਕਰਦੇ ਹਾਂ ਤਾਂ ਅਸੀਂ ਵਿਰੋਧੀਆਂ ਦਾ ਕੰਮ ਕਰ ਰਹੇ ਹੁੰਦੇ ਹਾਂ। ਬਿਲਕੁਲ ਸਹੀ ਹੈ। ਤਦ ਅਸੀਂ ਕੇਂਦਰ ਸਰਕਾਰ ਦਾ, ਭਾਜਪਾ ਦਾ, ਹੈ ਨਾ, ਪੰਜਾਬ ਸਰਕਾਰ ਦਾ, ਆਪ ਦਾ, ਕਾਂਗਰਸ ਦਾ, ਉਹਨਾਂ ਦਾ ਕੰਮ ਧੋਖਾ ਕਰ ਰਹੇ ਹੁੰਦੇ ਆ। ਜੀ ਉਹ ਤਾਂ ਪਹਿਲਾਂ ਹੀ ਚਾਹੁੰਦੇ ਨੇ ਕਿ ਸੰਸਥਾ ਨੂੰ ਢਾਹ ਲੱਗੇ ਤੇ ਸੰਸਥਾ ਮੁੱਕੇ। ਜੀ ਤੇ ਇਸ ਲਈ ਜਦੋਂ ਵਿਰੋਧ ਕਰਨਾ ਤਾਂ ਪਤਾ ਹੋਵੇ ਕਿ ਅਸੀਂ ਭਾਈ ਵਿਅਕਤੀ ਦੇ ਕੰਮ ਦਾ, ਆ ਫੈਸਲੇ ਦਾ ਵਿਰੋਧ ਕਰਨਾ, ਨਾ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਮਕਾਉਣ ਦੇ ਰਾਹ ਪੈਣਾ। ਬਿਲਕੁਲ ਸਹੀ ਹੈ। ਇਸੇ ਤਰ੍ਹਾਂ ਖੇਤਰੀ ਪਾਰਟੀਆਂ ਦਾ ਜੀ, ਅਕਾਲੀ ਦਲ ਦਾ ਇਤਿਹਾਸ ਸਾਡੇ ਜੰਮਣ ਤੋਂ ਪਹਿਲਾਂ ਬਹੁਤ ਵੱਡਾ ਤੇ ਸਾਡੇ ਮਰਨ ਤੋਂ ਬਾਅਦ ਵੀ ਉਹ ਇਤਿਹਾਸ ਖੜਾ ਰਹਿਣਾ। ਅਜੇ ਮੌਜੂਦਾ ਪਿਛਲੇ 10, 20, 15 ਸਾਲਾਂ ਦੇ ਦੌਰ ਦੇ ਵਿੱਚ ਮਾੜੇ ਲੀਡਰ ਆ ਗਏ ਤਾਂ ਉਹਨੂੰ ਛਾਂਗ ਕੇ ਪਰੇ ਕਰੋ, ਪਰ ਖੇਤਰੀ ਪਾਰਟੀ ਤਾਂ ਜਿਉਂਦੀ ਰੱਖੋ। ਤੇ ਖੇਤਰੀ ਪਾਰਟੀ ਦੇ ਨੁਮਾਇੰਦੇ ਜਦੋਂ ਤੱਕ ਸੂਬੇ ਲਈ ਨਹੀਂ ਬੋਲਣਗੇ ਤਦ ਤੱਕ ਉਹ ਕਾਹਦੀ ਖੇਤਰੀ ਪਾਰਟੀ ਆ? ਜੇ ਦਿੱਲੀ ਦੀ ਉਹ ਝੋਲੀ ਪੈਣਾ ਇਹ ਲੀਡਰਾਂ ਦਾ ਖੇਤਰੀ ਪਾਰਟੀ 'ਚ ਹੋਣ ਦਾ ਮਤਲਬ ਕੀ ਬਣਦਾ? ਸੋ ਅਕਾਲੀ ਦਲ ਦਾ ਜਿਉਂਦਿਆਂ ਰਹਿਣਾ ਜ਼ਰੂਰੀ ਹੈ, ਨਾ ਕਿ ਇਹਨਾਂ ਲੀਡਰਾਂ ਦੀ ਹੋਂਦ ਦਾ। ਸੋ ਇਹ ਪਹਿਲੂ ਵਿਚਾਰਨ ਦੀ ਲੋੜ ਨੇ। ਪੱਛਮੀ ਬੰਗਾਲ, ਮਮਤਾ ਬੈਨਰਜੀ ਦੀ ਬਹੁਤ ਵੱਡੀ ਉਦਾਹਰਨ ਹੈ ਖੇਤਰੀ ਪਾਰਟੀ ਦੇ ਹਵਾਲੇ ਨਾਲ। ਜੀ ਬਿਲਕੁਲ। ਔਰ ਖੇਤਰੀ ਪਾਰਟੀਆਂ ਦੇ ਕਰਕੇ ਹੀ ਤਾਂ ਫੈਡਰਲਿਜ਼ਮ ਜਿਹੜਾ ਸੰਘੀ ਢਾਂਚਾ ਉਹ ਬਣਿਆ ਨਾ। ਜੇਕਰ ਸਾਰਾ ਕੁਝ ਸਾਰੇ ਕਾਸੇ ਦਾ ਕੇਂਦਰੀਕਰਨ ਹੀ ਕਰਨਾ ਫਿਰ ਤਾਂ ਫੈਡਰਲਿਜ਼ਮ ਵੀ ਇੱਕ ਤਰੀਕੇ ਨਾਲ ਤੁਸੀਂ ਉਹਨਾਂ ਦੇ ਹਵਾਲੇ ਹੀ ਕਰਤਾ ਕਿ ਚਲੋ ਭਾਈ ਤੁਹਾਡੀ ਮਰਜ਼ੀ, ਜੋ ਮਰਜ਼ੀ ਕਰੀ ਚਲੋ। ਕਾਂਗਰਸ ਰਾਸ਼ਟਰੀ ਪਾਰਟੀ ਹੈ, ਹਾਂਜੀ, ਭਾਜਪਾ ਰਾਸ਼ਟਰੀ ਪਾਰਟੀ ਹੈ, ਤੇ ਆਪ ਵਾਲੀ ਬੜੇ ਨੱਚ ਰਹੇ ਨੇ ਕਿ ਸਾਨੂੰ ਰਾਸ਼ਟਰੀ ਪਾਰਟੀ ਦਾ ਟੈਗ ਮਿਲ ਗਿਆ, ਫਿਰ ਇਹ ਸੂਬਿਆਂ ਲਈ ਕਿਉਂ ਕੰਮ ਕਰਨਗੇ? ਪਰ ਅਕਾਲੀ ਦਲ ਪਹਿਲਾਂ ਹੀ ਆਪਣੇ ਹੱਥ ਵੱਢ ਕੇ ਦੇ ਚੁੱਕਿਆ, ਇਸ ਲਈ ਉਹ ਲੋਕਾਂ ਦਾ ਭਰੋਸਾ ਗਵਾ ਚੁੱਕਿਆ। ਜੀ ਸਹੀ ਹੈ। ਤੇ ਅਕਾਲੀ ਦਲ ਨੂੰ ਭਰੋਸਾ ਹਾਸਲ ਕਰਨ ਲਈ ਨਵੀਂ ਲੀਡਰਸ਼ਿਪ, ਚੰਗੀ ਲੀਡਰਸ਼ਿਪ, ਜਾਂ ਅਕਾਲੀ ਦਲ ਦਾ ਨਵਾਂ ਸਰੂਪ। ਪਰ ਜੇ ਅਸੀਂ ਕਹੀਏ ਕਿ ਅਕਾਲੀ ਦਲ ਇਹ ਮੁੱਕ ਜਵੇ, ਅਕਾਲੀ ਦਲ ਬਾਦਲ ਦੀ ਜਗੀਰ ਥੋੜਾ। ਜੀ ਬਿਲਕੁਲ। ਉਹ ਤਾਂ ਪੰਜਾਬ ਦੇ ਪਿੰਡਾਂ 'ਚ ਝਾਤ ਮਾਰ ਕੇ ਦੇਖੋ, ਤੁਹਾਡੇ ਦਾਦਿਆਂ ਪੜਦਾਦਿਆਂ ਨੇ ਕਿੰਨਿਆਂ ਨੇ ਜੇਲ੍ਹਾਂ ਕੱਟੀਆਂ, ਕਿੰਨਿਆਂ ਨੇ ਮੋਰਚੇ ਲਾਏ ਨੇ। ਜੀ ਤੇ ਵੱਖਰੀ ਗੱਲ ਹੈ ਕਿ ਹਾਂ ਇੱਕ ਲਾਣੇਦਾਰ ਅਸੀਂ ਬਣਾ ਬੈਠੇ ਤੇ ਉਹ ਲਾਣੇਦਾਰ ਕਬਜ਼ਾ ਕਰਕੇ ਬਹਿ ਗਿਆ। ਇਸ ਲਈ ਬਹੁਤ ਪਹਿਲਾਂ ਉਹਦੇ ਵਿਚਾਰਨ ਦੀ ਲੋੜ ਹੈ ਪੰਜਾਬੀਆਂ ਨੂੰ। ਜੀ